ਇਹ ਦੋ ਇਨਸੀਡੈਂਟਸ ਦੇ ਬਾਰੇ ਬਰੀਫਿੰਗ ਹੈਗੀ ਹੈ। ਇਹਦੇ ਵਿੱਚ ਇੱਕ ਐਫ ਆਈ ਆਰ ਦਰਜ ਹੋਈ ਸੀਗੀ, ਇੱਕ ਐਫ ਆਈ ਆਰ ਦਰਜ ਹੋਈ ਸੀਗੀ 22 ਨੰਬਰ। ਇਹ ਥਾਣਾ ਸਦਰ ਖਰੜ ਦੇ ਵਿੱਚ ਐਫ ਆਈ ਆਰ ਦਰਜ ਹੋਈ ਸੀਗੀ। ਇਹਦੇ ਵਿੱਚ ਇੱਕ ਬਰੇਜ਼ਾ ਗੱਡੀ ਜਿਹੜੀ ਹੈਗੀ ਹੈ ਉਹ ਸਨੈਚ ਕੀਤੀ ਗਈ ਸੀ। ਉਸ ਟਾਈਮ ਦੇ ਉੱਪਰ ਜਿਹੜਾ ਆਪਣੇ ਜਿਹੜੇ ਮੁਦਈ ਹੈਗੇ ਨੇ ਉਹ ਮੁਰਿੰਡੇ ਦੇ ਏਰੀਆ ਦੇ ਵਿੱਚ ਇੱਕ ਮੈਰਿਜ ਪੈਲੇਸ ਪੈਂਦਾ, ਉਹ ਤੋਂ ਵਾਪਸ ਆ ਰਹੇ ਸੀ ਤੇ ਰਸਤੇ ਦੇ ਵਿੱਚ ਉਹਨਾਂ ਦੇ ਕੋਲੋਂ ਇੱਕ ਬਰੇਜ਼ਾ ਗੱਡੀ ਸਨੈਚ ਕੀਤੀ ਗਈ ਸੀ। ਉਹਨੂੰ ਵਰਕਆਊਟ ਕਰਦੇ ਹੋਏ ਉਹ ਬਰੇਜ਼ਾ ਗੱਡੀ ਰਿਕਵਰ ਹੋ ਗਈ ਹੈ। ਔਰ ਉਸ ਤੋਂ ਇਲਾਵਾ ਉਸ ਕੇਸ ਦੇ ਵਿੱਚ 5 ਲੋਕ ਜਿਹੜੇ ਹੈਗੇ ਨੇ ਉਹ ਅਰੈਸਟ ਹੋ ਚੁੱਕੇ ਨੇ। ਹੁਣ ਤੋਂ ਜਿਹੜਾ ਲੇਟੈਸਟ ਜਿਹੜਾ ਹੈਗਾ ਉਹ ਇੱਕ ਵਿਕਾਸ ਏਲੀਅਸ ਲੱਕੀ ਸਨ ਆਫ ਜੰਗ ਬਹਾਦਰ ਅਰੈਸਟ ਹੋਇਆ, ਜਿਹਦੇ ਕੋਲੋਂ ਕਿ ਵੈਪਨ ਵੀ ਰਿਕਵਰ ਹੋਇਆ ਤੇ ਜਿਹੜੀ ਇੱਕ ਬਰੇਜ਼ਾ ਗੱਡੀ ਉਹਦੇ ਵਿੱਚ ਸਨੈਚ ਕੀਤੀ ਗਈ ਸੀ ਉਹ ਵੀ ਸਾਨੂੰ ਰਿਕਵਰ ਹੋ ਚੁੱਕੀ ਹੈ। ਇਸ ਕੇਸ ਦੇ ਵਿੱਚ ਟੋਟਲ 5 ਲੋਕ ਇਨਵੋਲਵਡ ਸੀ। ਔਰ ਇਹਦਾ ਜਿਹੜਾ ਆਪਣੇ ਸਾਡੇ ਸੋਹਾਣੇ ਦੇ ਵਿੱਚ ਇੱਕ ਪਹਿਲੇ ਜੁਐਲਰ ਦੇ ਜਿਹੜੀ ਥੈਫਟ ਹੋਈ ਸੀ, ਜਿਹੜੀ ਆਪਣੀ ਡਕੈਤੀ ਹੋਈ ਸੀ, ਉਸ ਦੇ ਵਿੱਚ ਵੀ ਇਹਨਾਂ ਲੋਕਾਂ ਦਾ ਇਹਨਾਂ ਦੇ ਕੁਝ ਬੰਦਿਆਂ ਦਾ ਇਨਵੋਲਵਮੈਂਟ ਸੀ। ਉਸੇ ਕੇਸ ਦੇ ਵਿੱਚ ਅੱਗੇ ਲੀਡ ਇਹ ਡਿਵੈਲਪ ਹੋਈ ਹੈ ਤੇ ਉਹਦੇ ਵਿੱਚ ਫਿਰ ਇਹ ਬੰਦੇ ਹੁਣ ਅਰੈਸਟ ਕੀਤੇ ਗਏ ਨੇ। ਸੈਕਿੰਡ ਬੇਸਿਕਲੀ ਜਿਹੜਾ ਗੁਰਪ੍ਰੀਤ ਮੁੰਡਾ ਹੈਗਾ ਉਹ ਮੇਨ ਸੀ ਇਹਦੇ ਵਿੱਚ, ਤੇ ਤੁਸੀਂ 3 ਨੰਬਰ ਦੇ ਉੱਪਰ ਦੇਖੋਗੇ ਗੁਰਪ੍ਰੀਤ ਚਟਮਾਲੀ ਪਿੰਡ ਦਾ ਜੀ। ਅੱਛਾ ਨਹੀਂ, ਇਹ 4 ਲੋਕ ਸੀਗੇ ਉਸ ਟਾਈਮ ਦੇ ਉੱਪਰ, 5 ਲੋਕ ਟੋਟਲ 5 ਲੋਕ ਸੀਗੇ। ਇਹ 4 ਲੋਕ ਉਸ ਟਾਈਮ ਦੇ ਉੱਪਰ ਮੌਕੇ ਦੇ ਉੱਪਰ ਹਾਜ਼ਰ ਸੀਗੇ। ਇਹ ਹਾਂਜੀ ਗੁਰਪ੍ਰੀਤ ਦੇ ਨਾਲ ਜਿਹੜੇ 4 ਬੰਦੇ ਹੈਗੇ ਨੇ। ਇੱਕ ਯਾਸਮੀਨ ਅਖਤਰ ਜਿਹੜਾ ਹੈਗਾ ਇਹ ਇਨਵੋਲਡ ਸੀ, ਇਹ ਇਹਨਾਂ ਦੇ ਗਰੁੱਪ ਦਾ ਮੈਂਬਰ ਸੀ, ਬਟ ਇਨਵੋਲਡ ਦੂਜੇ ਕੇਸ ਦੇ ਵਿੱਚ ਸੀਗਾ ਜਿਹੜਾ ਸੋਹਾਣੇ ਦੇ ਵਿੱਚ ਜਿਹੜੀ ਆਪਣੀ ਜੁਐਲਰ ਦੀ ਡਕੈਤੀ ਹੋਈ ਸੀ। ਸਰ ਇਹਦੇ ਵਿੱਚ ਸੰਪਤ ਨਹਿਰਾ ਦਾ ਨਾਮ ਹੈ। ਸੰਪਤ ਨਹਿਰਾ ਜਿਹੜਾ ਲਾਰੈਂਸ ਬਿਸ਼ਨੋਈ ਦੇ ਗਰੁੱਪ ਦੇ ਨਾਲ ਸੰਬੰਧ ਰੱਖਦੇ ਨੇ, ਜਿਹੜੇ ਇਹ ਸੰਪਤ ਨਹਿਰਾ ਦੇ ਗਰੁੱਪ ਦੇ ਨਾਲ ਸੰਬੰਧ ਰੱਖਦੇ ਨੇ ਜੀ। ਇਹ ਕ੍ਰਿਮੀਨਲ ਹਿਸਟਰੀ ਸਰ ਇਹਨਾਂ ਦੀ ਕੁਝ ਸਾਹਮਣੇ ਆਈ ਹੋਵੇ ਹਜੇ ਤੱਕ, ਜਿਹੜੇ ਪੰਜ ਫੜੇ ਗਏ ਤੇ ਇਹਦੇ ਵਿੱਚ ਮੇਨ ਕੌਣ ਹੈ ਸੰਪਤ ਨਹਿਰਾ, ਕਿਉਂਕਿ ਸੰਪਤ ਨਹਿਰਾ ਤੇ ਲਾਰੈਂਸ ਬਿਸ਼ਨੋਈ ਤਾਂ ਸੇਮ ਹੀ ਗਰੁੱਪ ਹੈ ਨਾ ਜੀ। ਤੇ ਇਹਦੇ ਵਿੱਚ ਮੇਨ ਕੌਣ ਹੈ ਸਰ, ਇਹਨਾਂ ਦੀ ਕ੍ਰਿਮੀਨਲ ਹਿਸਟਰੀ ਕੁਝ ਸਾਹਮਣੇ ਆਈ ਹੋਵੇ? ਇਹਨਾਂ ਦਾ ਜਿਹੜਾ ਦੂਸਰੇ ਵਾਲਾ ਤੁਸੀਂ ਪਹਿਲੇ ਵਾਲਾ ਪ੍ਰੈਸ ਨੋਟ ਦੇਖੋਗੇ ਸਾਡਾ, ਜਿਹਦੇ ਵਿੱਚ ਕਿ ਪਹਿਲੇ ਬੰਦੇ ਫੜੇ ਗਏ ਸੀ, ਉਹਨਾਂ ਉਸੀ ਕੌਨਟੈਕਸਟ ਦੇ ਵਿੱਚ ਇਹ ਬੰਦੇ ਅੱਗੇ ਆਪਰੇਟ ਕਰ ਰਹੇ ਸੀ। ਸਾਨੂੰ ਉਹਦੇ ਚੋਂ ਹੀ ਇਹ ਲੀਡ ਡਿਵੈਲਪ ਹੋਈ ਸੀ ਸੀਗਾ ਕਿ ਜਿਹੜੇ ਪਹਿਲੇ ਲੋਕ ਹੈਗੇ ਨੇ ਉਹ ਅਰੈਸਟ ਆਲਰੇਡੀ ਹੋ ਚੁੱਕੇ ਸੀਗੇ, ਔਰ ਇੱਕ ਇਹ ਬੰਦਾ ਜਿਹਦੇ ਕੋਲ ਗੱਡੀ ਸੀ ਇਹ ਹੁਣ ਅਰੈਸਟ ਹੋਇਆ ਹੈ। ਸਰ ਇਹ ਆਪਣੇ ਰਿਮਾਂਡ ਤੇ ਨੇ ਕਿ ਜੁਡੀਸ਼ੀਅਲ ਜਾ ਚੁੱਕੇ ਨੇ? ਇਹ ਜੁਡੀਸ਼ੀਅਲ ਜਾ ਚੁੱਕੇ ਨੇ ਜੀ। ਸਰ ਜਿਹੜੀ ਪਿਸਟਲ ਵਗੈਰਾ ਇਹ ਲੋਕਲ ਮੇਡ ਨਹੀਂ ਹੈ? ਮੈਂ 1 ਮਿੰਟ, ਮੈਨੂੰ ਮੈਂ ਉਹੀ ਡਿਸਕਸ ਕਰਨਾ ਸੀ। ਅੱਛਾ ਸਰ, ਇਹਨੂੰ ਰੀਸੈਂਟਲੀ ਅਰੈਸਟ ਕੀਤਾ ਜਿਹਦੇ ਕੋਲ ਗੱਡੀ ਸੀ। ਇਹਦੇ ਕੋਲ ਇੱਕ ਵੈਪਨ ਔਰ ਕਾਰ ਜਿਹੜੀ ਬਰੇਜ਼ਾ ਇਹਦੇ ਕੋਲ ਪਹਿਲੇ ਵਾਲੇ ਪ੍ਰੀ ਅਰੈਸਟਡ ਨੇ, ਉਹ ਦੂਸਰੇ ਕੇਸ ਅਰੈਸਟਡ ਹੈਗੇ ਨੇ ਜੀ। ਦੂਸਰਾ ਇੰਸੀਡੈਂਟ ਇੱਕ ਇੱਥੇ ਬ੍ਰਿਊ ਬ੍ਰਦਰਸ ਦੇ ਬਾਹਰ ਇੱਕ ਫਾਇਰਿੰਗ ਹੋਈ ਸੀ ਕੁਝ ਦੇਰ ਪਹਿਲਾਂ, ਜਿਹਦੇ ਵਿੱਚ ਕਿ ਇੱਕ ਐਫ ਆਈ ਆਰ 118 ਨੰਬਰ ਦਰਜ ਕੀਤੀ ਗਈ ਸੀਗੀ ਉਸ ਟਾਈਮ ਦੇ ਉੱਪਰ 12/3/2022 ਨੂੰ। ਇਹਦੇ ਵਿੱਚ ਬ੍ਰਿਊ ਬ੍ਰਦਰਸ ਦੇ ਬਾਹਰ ਫਾਇਰਿੰਗ ਹੋਈ ਸੀਗੀ। ਉਸ ਤੋਂ ਬਾਅਦ ਉੱਥੇ ਐਮਟੀਜ਼ ਵੀ ਕੁਝ ਮਿਲੇ ਸੀਗੇ। ਉਸ ਕੇਸ ਨੂੰ ਡਿਵੈਲਪ ਕਰਦੇ ਹੋਏ ਸਾਨੂੰ ਪਤਾ ਲੱਗਿਆ ਵੀ ਇਹਦੇ ਵਿੱਚ 2 ਅਕਿਊਜ਼ਡ ਜਿਹੜੇ ਆਉਂਦੇ ਹੈਗੇ ਨੇ, ਉਹਨਾਂ ਦੇ ਵਿੱਚੋਂ ਇੱਕ ਦਾ ਨਾਮ ਅਸ਼ਵਨੀ ਕੁਮਾਰ ਉਰਫ ਸਰਪੰਚ ਤੇ ਇੱਕ ਜਿਹੜਾ ਹੈਗਾ ਪ੍ਰਸ਼ਾਂਤ ਹਿੰਦਰਵ ਕਰਕੇ, ਇਹ 2 ਇਹਦੇ ਵਿੱਚ ਇਨਵੋਲਵਡ ਸੀਗੇ। ਇਹਨਾਂ ਦੇ ਵਿੱਚੋਂ ਇਹ ਦੋਨੋਂ ਹੀ ਬੰਦੇ ਜਿਹੜੇ ਹੈਗੇ ਨੇ, ਇਹ ਦੋਨੋਂ ਅਰੈਸਟ ਦਿੱਲੀ ਪੁਲਿਸ ਨੇ ਅਰੈਸਟ ਕਰ ਲਏ ਸੀਗੇ 1 ਅਪ੍ਰੈਲ ਨੂੰ। ਉੱਥੇ ਇਹਨਾਂ ਨੇ ਇਸ ਚੀਜ਼ ਨੂੰ ਡਿਸਕਲੋਜ਼ ਨਹੀਂ ਕੀਤਾ ਵੀ ਇਹ ਲੋਕ ਜਿਹੜੇ ਹੈਗੇ ਨੇ ਇਸ ਇਨਸੀਡੈਂਟ ਦੇ ਵਿੱਚ ਵੀ ਇਨਵੋਲਵਡ ਸੀਗੇ। ਇਹਨਾਂ ਨੂੰ ਬਾਅਦ ਦੇ ਵਿੱਚੋਂ ਰਿਮਾਂਡ ਦੇ ਉੱਪਰ ਲਿਆ ਕੇ ਜਦੋਂ ਵੈਰੀਫਾਈ ਕੀਤਾ ਗਿਆ ਤਾਂ ਉਹਦੇ ਵਿੱਚ ਇਹ ਇਨਸੀਡੈਂਟ ਜਿਹੜਾ ਹੈਗਾ ਇਹ ਸਾਡਾ ਟ੍ਰੇਸ ਹੋਇਆ। ਇਹ ਰਿਮਾਂਡ ਆਪਾਂ ਉਹੀ ਸੋਹਾਣਾ ਵਾਲਾ ਜਿਹੜਾ ਕੇਸ ਹੈਗਾ ਉਹਦੇ ਵਿੱਚ ਵੀ ਇਹਨਾਂ ਦਾ ਨਾਮ ਆਉਂਦਾ ਸੀਗਾ ਵੀ ਇਹ ਵੀ ਸੇਮ ਗਰੁੱਪ ਦੇ ਮੈਂਬਰਸ ਹੈਗੇ ਨੇ, ਜਿਹੜੀ ਜੁਐਲਰੀ ਵਾਲਾ ਕੇਸ ਹੈਗਾ ਉਸੀ ਦੇ ਵਿੱਚ ਇਹ ਲੀਡ ਬਿਲਟ ਅਪ ਜਦੋਂ ਹੋਈ ਤਾਂ ਉਹਦੇ 'ਚ ਪਤਾ ਲੱਗਿਆ ਵੀ ਇਹਨਾਂ ਨੇ ਇਹ ਵੀ ਇਨਸੀਡੈਂਟ ਕੀਤਾ। ਇਸ ਤੋਂ ਇਲਾਵਾ ਇਹਨਾਂ ਨੇ ਜ਼ੀਰਕਪੁਰ ਦੇ ਵਿੱਚ ਵੀ ਇੱਕ ਰਿਜ਼ੋਰਟ ਦੇ ਬਾਹਰ ਫਾਇਰਿੰਗ ਕੀਤੀ ਸੀਗੀ, ਜਿਹੜਾ ਇਨਸੀਡੈਂਟ ਜਿਹੜਾ ਹੈਗਾ ਉਸ ਟਾਈਮ ਦੇ ਉੱਪਰ ਰਿਪੋਰਟ ਨਹੀਂ ਹੋਇਆ ਤੇ ਉਹ ਜਦੋਂ ਆਪਾਂ ਬਾਅਦ 'ਚੋਂ ਕ੍ਰਾਸ ਵੈਰੀਫਾਈ ਕੀਤਾ ਤਾਂ ਇਹ ਫੈਕਚੁਅਲੀ ਸਹੀ ਪਾਇਆ ਗਿਆ ਵੀ ਰਿਜ਼ੋਰਟ ਦੇ ਬਾਹਰ ਵੀ ਇਹਨਾਂ ਨੇ ਫਾਇਰਿੰਗ ਕੀਤੀ ਸੀ, ਉਹਨਾਂ ਤੋਂ ਵੀ ਐਕਸਟੋਰਸ਼ਨ ਮਨੀ ਡਿਮਾਂਡ ਕਰਨ ਦੇ ਲਈ। ਸਰ ਇਹ ਬ੍ਰਿਊ ਬ੍ਰੋਜ਼ ਸਰ ਉਹ ਤੋਂ ਐਲੀਗੇਸ਼ਨ ਲੱਗਿਆ ਸੀ ਕਿ ਬ੍ਰਿਊ ਬ੍ਰੋਜ਼ ਵਾਲੇ ਤੋਂ ਦੇ ਹੈ ਟਾਸਕ ਫੋਰ ਐਕਸਟੋਰਸ਼ਨ। ਬਿਲਕੁਲ ਇਹ ਗੱਲ ਸਹੀ ਹੈਗੀ ਹੈ। ਇਹ ਵੀ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਲ, ਗੋਲਡੀ ਬਰਾੜ ਗਰੁੱਪ ਦੇ ਨਾਲ ਲਿੰਕ ਰਿਹਾ ਹੈਗਾ। ਉਸ ਟਾਈਮ ਦੇ ਉੱਪਰ ਵੀ ਜਿਹੜਾ ਇਹ ਫਾਇਰਿੰਗ ਕਰਵਾਈ ਗਈ ਸੀ ਇਹ ਉਸ ਐਕਸਟੋਰਸ਼ਨ ਦੇ ਲਈ ਹੀ ਕੀਤੀ ਗਈ ਸੀ ਉਹ ਫਾਇਰਿੰਗ, ਔਰ ਇਹਨਾਂ 2 ਬੰਦਿਆਂ ਨੇ ਉਸ ਟਾਈਮ ਉੱਪਰ ਫਾਇਰਿੰਗ ਕੀਤੀ ਸੀ। ਜਿਹੜੀ ਮੌਕੇ ਦੇ ਉੱਪਰ ਇਹਨਾਂ ਨੇ ਵਹੀਕਲ ਯੂਜ਼ ਕੀਤਾ ਹੈਗਾ ਉਹਦੇ ਉੱਪਰ ਇੱਕ ਮੋਟਰਸਾਈਕਲ ਯੂਜ਼ ਹੋਇਆ ਸੀ। ਉਸ ਤੋਂ ਪਹਿਲਾਂ ਇਹਨਾਂ ਨੇ ਇੱਕ ਸਕੂਟਰ ਯੂਜ਼ ਕੀਤਾ ਸੀਗਾ, ਜਿਹਦਾ ਕਿ ਜ਼ੀਰਕਪੁਰ ਦੇ ਜਦੋਂ ਇੰਸੀਡੈਂਟ ਹੁੰਦਾ ਤਾਂ ਉਹਦੇ ਵਿੱਚ ਵੀ ਇੱਕ ਸਕੂਟਰ ਇਸਤੇਮਾਲ ਹੋਇਆ ਜਿਹਦੇ ਉੱਪਰ ਫਾਇਰਿੰਗ ਹੋਈ ਸੀਗੀ ਤੇ ਉਹ ਸਕੂਟਰ ਵੀ ਬਰਾਮਦ ਹੋ ਗਿਆ ਹੈ। ਇਸ ਤੋਂ ਇਲਾਵਾ ਜਿਹੜੇ ਵੈਪਨਸ ਹੈਗੇ ਨੇ, ਹੋਰ ਵੀ ਕੁਝ ਵੈਪਨਸ ਇਹਨਾਂ ਦੇ ਕੋਲੋਂ ਬਰਾਮਦ ਹੋਏ ਹੈਗੇ ਨੇ ਤੇ ਇਸ ਤੋਂ ਇਲਾਵਾ ਜਿਹੜਾ ਇਹਨਾਂ ਨੇ ਉਸ ਟਾਈਮ ਉੱਪਰ ਕੱਪੜੇ ਪਾਏ ਹੋਏ ਸੀਗੇ ਉਹ ਵੀ ਇਹਨਾਂ ਦੇ ਘਰੋਂ ਸਾਨੂੰ ਬਰਾਮਦ ਹੋਏ ਹੈਗੇ ਨੇ। ਜਿਹੜਾ ਇਹ ਲੜਕਾ ਹੈਗਾ ਅਸ਼ਵਨੀ ਕੁਮਾਰ ਇਹਦੇ ਕੋਲ। ਸਰ ਅਸ਼ਵਨੀ ਕੁਮਾਰ ਜਾਂ ਫਿਰ ਜਿਹੜੇ ਪ੍ਰਸ਼ਾਂਤ, ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਤੁਹਾਡੇ ਸਾਹਮਣੇ ਆਇਆ? ਇਹਨਾਂ ਦੇ ਉੱਪਰ 2 ਪਹਿਲੇ ਵੀ ਪਰਚੇ ਦਰਜ ਹੈਗੇ ਨੇ। ਇੱਕ ਪਰਚਾ ਇਹਨਾਂ ਦੇ ਉੱਪਰ ਗੜਸ਼ੰਕਰ ਹੁਸ਼ਿਆਰਪੁਰ ਦੇ ਵਿੱਚ ਦਰਜ ਹੈਗਾ 115 ਨੰਬਰ, ਔਰ ਇੱਕ 66 ਨੰਬਰ ਐਫ ਆਈ ਆਰ ਇਹਨਾਂ ਦੇ ਉੱਪਰ ਸਪੈਸ਼ਲ ਸੈੱਲ ਦਿੱਲੀ ਦੇ ਵਿੱਚ ਅਰੈਸਟਡ ਹੈਗੀ ਵਿੱਚ ਹੈਗਾ, ਜਿਸ ਕੇਸ ਵਿੱਚ ਇਹ ਅਰੈਸਟ ਕੀਤੇ ਗਏ ਸੀਗੇ ਨਾ ਆਪਣੇ ਦਿੱਲੀ ਸਪੈਸ਼ਲ ਸੈੱਲ ਵੱਲੋਂ। ਤਾਂ ਸਰ ਇਹਨਾਂ ਦਾ ਗੋਲਡੀ ਬਰਾੜ ਤੇ ਬਾਹਰ ਦੇ ਵੇਲਾ ਦੇ ਕੋਲ ਦੇ ਜਾਂ ਪੁਲਿਸ ਅੱਛੇ ਜਾਣ ਸਕੇਗਾ
ਇਹ ਸਾਰੇ ਜਿਹੜੇ ਹੈਗੇ ਨੇ ਅਨਲਾਇਸੈਂਸਡ ਹੈਗੇ ਨੇ, ਤੇ ਇਹ ਸਾਰੇ ਜਿਹੜੇ ਕਿ ਦੇਸੀ ਵੈਪਨ ਹੈਗੇ ਨੇ। ਇਹਨਾਂ ਵਿੱਚੋਂ ਸਾਨੂੰ ਹੁਣ ਤੱਕ ਇੱਕ ਪਿਸਟਲ ਜਿਹੜਾ ਹੈਗਾ 30 ਬੋਰ ਦਾ, 4 ਪਿਸਟਲ 32 ਬੋਰ ਦੇ, ਇੱਕ ਰਿਵਾਲਵਰ 22 ਬੋਰ ਦਾ, ਇੱਕ ਪਿਸਟਲ 315 ਬੋਰ ਦੇ, ਤੇ ਨਾਲ ਇਹਨਾਂ ਦੇ ਨਾਲ ਕੁਝ ਜਿੰਦਾ ਕਾਰਤੂਸ ਜਿਹੜੇ ਹੈਗੇ ਨੇ ਉਹ ਬਰਾਮਦ ਹੋਏ। ਸਰ ਮੇਨਲੀ ਇਹਨਾਂ ਦਾ ਕੰਮ ਕੀ ਹੁੰਦਾ ਸੀ? ਰੰਗਦਾਰੀ ਫਰੋਤੀ ਜਿਹੜੇ ਹੈਗੇ ਵੱਡੇ ਵੱਡੇ ਹੋਟਲਸ ਰਿਜ਼ੋਰਟਸ ਉਹਨਾਂ ਤੋਂ ਰੰਗਦਾਰੀ ਮੰਗਦੇ ਸੀਗੇ? ਇਹਨਾਂ ਦਾ ਬੇਸਿਕਲੀ ਕੰਮ ਸੀ ਉਹਨਾਂ ਨੂੰ ਡਰਾਉਣ ਦਾ। ਇਹ ਉੱਥੇ ਜਾ ਕੇ ਫਾਇਰਿੰਗ ਕਰਕੇ ਆਉਂਦੇ ਸੀਗੇ ਤਾਂ ਕਿ ਉਹ ਜਿਹੜਾ ਹੈਗਾ ਆਪਣੇ ਜਿਹੜਾ ਵੀ ਕੰਸਰਨ ਉਹਨਾਂ ਦੇ ਟੱਚ ਦੇ ਵਿੱਚ ਆਉਣ ਤੇ ਉਹਨਾਂ ਨੂੰ ਰੰਗਦਾਰੀ ਜਿਹੜੀ ਹੈਗੀ ਉਹ ਦੇ। ਸਰ ਇਹ ਲਾਰੈਂਸ ਬਿਸ਼ਨੋਈ ਦੇ ਗਰੁੱਪ ਦੇ ਵਾਸਤੇ ਕੰਮ ਕਰਦੇ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੋਨਾਂ ਦੇ ਨਾਲ ਇਹਨਾਂ ਦਾ ਲਿੰਕਸ ਹੈਗੇ ਨੇ। ਸਰ ਜਿੰਨੇ ਕੇਸ ਸੀ ਐਕਸਟੋਰਸ਼ਨ ਦੇ ਉਹਦੇ ਵਿੱਚ ਕੋਈ ਗਿਵ ਐਂਡ ਟੇਕ ਹੋਇਆ ਸੀ, ਆਇਆ ਤੁਸੀਂ? ਨਹੀਂ, ਹਜੇ ਤੱਕ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਤੁਸੀਂ ਕਿਹਾ ਕਿ ਸ਼ਾਮ ਤੱਕ ਉਹ ਰਿਲੀਜਨ ਚ ਬੰਦਾ ਉਹਦਾ ਨੰਬਰ ਥੋੜੀ ਤੁਹਾਡੀ ਕੁਝ ਆਪਾਂ ਇਹਨੂੰ ਰਿਮਾਂਡ ਦੇ ਉੱਪਰ ਲੈ ਕੇ ਆ ਰਹੇ ਹਾਂ ਜੀ। ਸਰ ਗੁਰੂ ਕਮਰ ਦੇ ਬਾਅਦ ਜਿਹੜੀ ਕਿ ਗੱਡੀ ਦੀ ਆਈਪੀ ਦਾ ਨੰਬਰ ਆ ਗਿਆ ਸੀ ਉਹਦੇ ਵਿੱਚ ਨੰਬਰ ਹੈ ਜਾਂ ਨਹੀਂ? ਇਹ ਵਾਲਾ ਚੀਜ਼ ਜਿਹੜੀ ਕਿ ਪਹਿਲੇ ਵੀ ਐਗਜ਼ਾਮਿਨ ਹੋ ਚੁੱਕੀ ਹੈ, ਉਸ ਚੀਜ਼ ਉਸ ਐਸਪੈਕਟ ਦਾ ਕੋਈ ਇਨਵੋਲਵਮੈਂਟ ਨਹੀਂ ਸੀ, ਔਰ ਹੁਣ ਜਿਹੜੀ ਤਫਤੀਸ਼ ਹੈ ਇਹਦੇ ਵਿੱਚ ਵੀ ਗੱਲ ਸਾਹਮਣੇ ਆਉਂਦੀ ਹੈ। ਸਰ ਪੁੱਛ ਕੇ ਜੇ ਕੋਈ ਸਾਹਮਣੇ ਆਇਆ ਹੋਵੇ ਕਿ ਐਸ਼ਵਨੀ ਤੇ ਪ੍ਰਸ਼ਾਂਤ ਕਿੰਨੇ ਦਿਨਾਂ ਤੋਂ ਪੰਜਾਬ ਤੋਂ ਟਾਰਗੇਟ ਕਿਸ ਤਰ੍ਹਾਂ ਕਰਦੇ ਸੀ, ਕਿੰਨੇ ਦਿਨਾਂ ਤੋਂ ਕਰ ਰਹੇ ਸੀ, ਕਿਹੜੇ ਜਿਹੜੇ ਹੋਰ ਵੱਡੇ ਬਿਜ਼ਨਸਮੈਨ ਨੇ ਜਾਂ ਫਿਰ ਜਿਹੜੇ ਰਿਜ਼ੋਰਟ ਦੇ ਮਾਲਿਕ ਹੈ ਉਹਨਾਂ ਨੂੰ ਉਹਨਾਂ ਨੇ ਟਾਰਗੇਟ ਕੀਤਾ? ਇਹਦੇ ਵਿੱਚ ਸਾਨੂੰ ਕੁਝ ਹੋਰ ਲੋਕਾਂ ਦੇ 4-5 ਲੋਕ ਹੋਰ ਆਇਡੈਂਟੀਫਾਈ ਹੋਏ ਹੈਗੇ ਨੇ, ਜਿਹੜੇ ਲੋਕ ਕੀ ਆਇਡੈਂਟੀਫਿਕੇਸ਼ਨ ਇੱਕ ਸੈਪਰੇਟ ਜਿਹਦਾ ਆਇਡੈਂਟੀਫਿਕੇਸ਼ਨ ਇੱਕ ਹੋਰ ਪਾਸੇ ਹੁੰਦੀ ਹੈ, ਉਸ ਤੋਂ ਬਾਅਦ ਟਾਰਗੇਟਿੰਗ ਕਿਸੇ ਹੋਰ ਪਾਸਿਓਂ ਕੀਤੀ ਜਾਂਦੀ ਹੈ। ਆਪਾਂ ਉਹਦੇ ਉੱਪਰ ਵੀ ਵਰਕਆਊਟ ਕਰ ਰਹੇ ਹਾਂ। ਸਾਨੂੰ ਉਮੀਦ ਹੈ ਵੀ ਸਾਨੂੰ ਜਲਦੀ ਜਿਹੜਾ ਆਇਡੈਂਟੀਫਿਕੇਸ਼ਨ ਜਿਹੜੀ ਹੋ ਰਹੀ ਹੈ ਉਹ ਵੀ ਸਾਨੂੰ ਕਲੀਅਰ ਹੋ ਜਾਏਗੀ। ਸਰ ਇਹ ਰਹਿੰਦੇ ਕਿੱਥੇ ਨੇ ਜੀ ਇੱਥੇ? ਇਹ ਕੁਝ ਸਮਾਂ ਜਿਹੜਾ ਹੈਗਾ ਸਾਡੇ ਏਰੀਆ ਦੇ ਵਿੱਚ ਇਹ ਰੁਕੇ ਹੈਗੇ ਨੇ। ਇਸੇ ਕਰਕੇ ਜਿਹੜਾ ਇਹ ਤੁਸੀਂ ਦੇਖੋਗੇ ਵੀ ਜਿਹੜਾ ਇਹ ਆਪਣਾ ਐਕਟਿਵਾ ਸਕੂਟਰ ਹੈਗਾ ਉਹ ਵੀ ਇਹਨਾਂ ਨੇ ਮੰਗ ਕੇ ਕਿਸੇ ਹੋਰ ਦੇ ਜਿਹੜੇ ਲਾਗੇ ਨੇਬਰ ਸੀਗੇ ਉਹਨਾਂ ਦਾ ਸਕੂਟਰ ਇਸਤੇਮਾਲ ਕੀਤਾ ਸੀ, ਜਿਹਦੇ ਵਿੱਚ ਕਿਨੇ ਰਿੱਕੀ ਕੀਤੀ ਹੈਗੀ ਹੈ ਬਰੂ ਬ੍ਰਦਰਸ ਵਾਲੀ, ਔਰ ਜਿਹੜਾ ਆਪਣਾ ਫਾਇਰਿੰਗ ਕੀਤੀ। ਸਰ ਜ਼ੀਰਕਪੁਰ ਦੇ ਜ਼ੀਰਕਪੁਰ ਦੇ ਖੁਸ਼ਹਾਲ ਇਨਕਲੇਵ ਚ ਰਹੇ ਨੇ ਜੀ, ਰੈਂਟ ਤੇ ਕਿਸ ਤਰ੍ਹਾਂ ਇਹ ਰੈਂਟ ਤੇ ਰਹੇ। ਇਹ ਜਿਹੜਾ ਐਕਟਿਵਾ ਯੂਜ਼ ਹੋਇਆ ਪੀਪੀ ਪੈਚ ਇਹ ਉਹਨਾਂ ਦੇ ਨੇਬਰਸ ਇਹ ਉਹਨਾਂ ਦੇ ਨੇਬਰਸ ਦਾ ਸੀਗਾ, ਉਹਨਾਂ ਨੂੰ ਪਤਾ ਨਹੀਂ ਸੀਗਾ ਵੀ ਇਹ ਕਿਸ ਚੀਜ਼ ਦੇ ਲਈ ਲੈ ਕੇ ਜਾ ਰਹੇ ਸੀ। ਕ੍ਰਾਈਮ ਤੋਂ ਬਾਅਦ ਇਹਨਾਂ ਦੀ ਹੈਲਪ ਕਿਸੇ ਹੋਰ ਨੇ ਕੀਤੀ ਹੋਵੇ ਉਸ ਤੋਂ ਕੁਐਸਚਨ ਆਪਾਂ ਕਿਵੇਂ ਆਈਡੈਂਟੀਫਾਈ ਕੀਤਾ? ਜੀ ਹੋਰ ਵੀ ਕੁਝ ਬੰਦੇ ਆਇਡੈਂਟੀਫਾਈ ਹੋਏ ਨੇ। ਸਾਨੂੰ ਆਪਣਾ ਇਹ ਸਾਡੀ ਨੈਕਸਟ ਲੀਡਸ ਹੈਗੀਆਂ ਨੇ, ਜਦੋਂ ਸਾਡੀ ਡਿਵੈਲਪ ਹੁੰਦੀਆਂ ਨੇ ਆਪਾਂ ਆਪ ਜੀ ਨੂੰ ਦੱਸਾਂਗੇ। ਕੋਈ ਮਨੀ ਇਹਨਾਂ ਦੀ ਕਾਸਟ ਕਰਨ ਦੇ ਕੋਈ ਐਵੀਡੈਂਸ ਤਾਂ ਨਹੀਂ ਆਇਆ ਹੋਇਆ ਕਿ ਐਕਚੁਅਲੀ ਕਿਸੇ ਤੋਂ ਕਾਟ ਲਿੱਤੀ ਹੋਵੇ ਸਕਸੈਸਫੁਲੀ ਜੋ ਸਭ ਪਤਾ ਹਜੇ ਤੱਕ ਸਾਡੇ ਨੋਟਿਸ ਵਿੱਚ ਤਾਂ ਸਕਸੈਸਫੁਲ ਨਹੀਂ ਹਜੇ ਨਹੀਂ ਆਇਆ। ਸਰ ਇਹਨਾਂ ਨੂੰ ਕੌਣ ਕਮਾਂਡ ਕਰਦਾ ਜੀ? ਗੋਲਡੀ ਬਰਾੜ ਜਾਂ ਸੰਪਨ ਲਹਿਰਾ ਜਾਂ ਕੌਣ ਇਹਨਾਂ ਨੂੰ ਬਾਈ ਫੋਨ ਨੇ ਕਿੰਨਾ ਕਮਾਂਡ ਕਰਦਾ? ਆਪਾਂ ਇਸ ਚੀਜ਼ ਉੱਪਰ ਕਿਉਂਕਿ ਥੋੜੀ ਕੁਝ ਵਾਈਟਲ ਲੀਡਸ ਬਿਲਟ ਅਪ ਹੋਈਆਂ ਹੈਗੀਆਂ, ਤੇ ਆਪਾਂ ਇੱਕ ਵਾਰੀ ਆਪਾਂ ਜਦੋਂ ਆਪਰੇਸ਼ਨ ਕੰਪਲੀਟ ਹੁੰਦਾ ਆਈਲ ਕਮ ਬੈਕ ਟੂ ਯੂ ਆਫਿਸ। ਸਰ ਸਭ ਵੀ ਦੱਸਦੇ ਨੇ ਕਿ ਜਿਹੜਾ ਇਦਾਂ ਦਾ ਹੁੰਦਾ ਉਹ ਦੱਸਦੇ ਨੇ ਕਿ ਕਿੱਦਾਂ ਇਹ ਦੂਸਰੇ ਨੂੰ ਮਿਲਦੇ ਨੇ ਜਾਂ ਕਿਵੇਂ ਦੂਸਰੇ ਦੇ ਸੰਪਰਕ ਦੇ ਵਿੱਚ ਰਹਿੰਦੇ ਨੇ। ਕੀ ਇਹਨਾਂ ਦਾ ਗੋਲਡੀ ਬਰਾੜ ਨਾਲ ਗੱਲ ਹੁੰਦੀ ਸੀ? ਮੇਰੀ ਕੀ ਇਹੀ ਰਿਕੁਐਸਟ ਹੈਗੀ, ਬਿਕੋਜ਼ ਆਪਾਂ ਹਜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਮੈਂ ਇੱਕ ਆਪਾਂ ਦੇਖੀਏ ਵੀ ਇੱਕ ਕੇਸ ਜਿਹੜਾ ਹੈਗਾ ਸੁਹਾਣੇ ਵਾਲਾ ਜਿਹੜਾ ਕੇਸ ਜਿਹੜਾ ਜੁਐਲਰਸ ਵਾਲਾ ਕੇਸ ਸੀਗਾ, ਉਸੇ ਚੀਜ਼ ਤੋਂ ਅੱਗੇ ਸਾਡੀ ਲੀਡਸ ਬਿਲਟ ਅਪ ਹੋ ਕੇ ਆਪਾਂ ਇੱਥੇ ਤੱਕ ਪਹੁੰਚ ਰਹੇ ਹੈਗੇ ਆ। ਸਾਡੀ ਹੋਰ ਅੱਗੇ ਲੀਡਸ ਬਿਲਟ ਅਪ ਹੋਈਆਂ ਹੈਗੀਆਂ ਨੇ, ਆਪਾਂ ਉਹਨੂੰ ਇੱਕ ਵਾਰੀ ਕੰਪਲੀਟ ਕਰ ਲਈਏ ਤੇ ਵੀ ਲੈਟ ਅਸ ਗੈਟ ਟੂ ਦ ਬਾਟਮ ਆਫ ਇਟ। ਤੇ ਮੈਂ ਆਪ ਜੀ ਨੂੰ ਦੁਬਾਰਾ ਇਸ ਬਾਰੇ ਹੈ ਜੀ। ਇੱਕ ਪੁਆਇੰਟ ਹੈ ਸਰ, ਇੱਕ ਪੁਆਇੰਟ ਰਹਿ ਗਿਆ ਸਰ। ਬਲਟਾਨਾ 'ਚ ਜਿਹੜੇ ਹੁਣ ਥੋੜੇ ਦਿਨ ਪਹਿਲਾਂ ਮੁੱਪੀ ਰਾਣਾ ਗੈਂਗ ਦੇ ਵੀ ਫੜੇ ਗਏ ਸੀ ਜਿਹੜੀ ਰੰਗਦਾਰੀ ਹੈ, ਹੁਣ ਇਹ ਵੀ ਜਿਹੜੇ ਹੋਟਲਸ ਨੂੰ ਰਿਜ਼ੋਰਟਸ ਨੂੰ ਇਸ ਤਰ੍ਹਾਂ ਦਾ ਨਿਸ਼ਾਨਾ ਬਣਾਉਂਦੇ ਫਿਰੌਤੀ, ਤੁਸੀਂ ਸਰ ਇਹ ਆਇਡੈਂਟੀਫਾਈ ਕਰ ਰਹੇ ਹੋ ਇਸ ਤਰ੍ਹਾਂ ਦੇ ਜਿਹੜੇ ਜਿਹੜੇ ਗੈਂਗਸਟਰਸ ਨੇ? ਲਾਰੈਂਸ ਬਿਸ਼ਨੋਈ, ਮੁੱਪੀ ਰਾਣਾ, ਬੰਬੀਹਾ ਗਰੁੱਪ ਦੇ ਵੀ ਹੁਣ ਤੁਹਾਡਾ ਜੁਆਇੰਟ ਆਪਰੇਸ਼ਨ ਤੇ ਫੜੇ ਗਏ ਨੇ। ਇਹ ਸਾਰੇ ਜਿਹੜੇ ਹੈਗੇ ਇੱਕ ਸੌਫਟ ਟਾਰਗੇਟ ਹੁੰਦਾ ਹੈ, ਹੱਬ ਜਿਹੜਾ ਬਣਿਆ ਹੋਇਆ ਜ਼ੀਰਕਪੁਰ ਡੇਰਾ ਬਸੀ, ਉਹਨੂੰ ਲੈ ਕੇ ਹੁਣ ਮੋਹਾਲੀ ਪੁਲਿਸ ਕੀ ਕਰ ਰਹੀ ਹੈ? ਤੇ ਸਾਡੇ ਵੱਲੋਂ ਜਿੰਨੇ ਵੀ ਇਦਾਂ ਦੇ ਕੇਸਿਸ ਵਿੱਚ ਜਿੰਨੇ ਵੀ ਲੋਕ ਆਇਡੈਂਟੀਫਾਈ ਹੋਏ ਹੈਗੇ ਨੇ, ਜਿਹੜੇ ਵੀ ਕੋਈ ਗ੍ਰਾਸ ਰੂਟ ਲੈਵਲ ਉੱਪਰ ਕੰਮ ਕਰ ਰਹੇ ਹੈਗੇ ਨੇ, ਉਹਨਾਂ ਸਾਰਿਆਂ ਨੂੰ ਆਪਾਂ ਇੰਡੀਵਿਜੂਅਲੀ ਵੈਰੀਫਾਈ ਕਰ ਰਹੇ ਹੈਗੇ। ਜਿਹੜੇ ਕੋਈ ਪੁਰਾਣੇ ਵੀ ਐਸੋਸੀਏਟਡ ਰਹੇ ਹੈਗੇ ਨੇ ਉਹਨਾਂ ਸਾਰਿਆਂ ਨੂੰ ਵੀ ਆਪਾਂ ਲਿਆ ਕੇ ਵੈਰੀਫਾਈ ਕਰ ਰਹੇ ਹਾਂ ਵੀ ਉਹਨਾਂ ਦੀ ਹੁਣ ਕਰੰਟ ਐਕਟੀਵਿਟੀਜ਼ ਕੀ ਹੈਗੀਆਂ ਨੇ। ਇਸ ਤਰੀਕੇ ਦੇ ਨਾਲ ਜਿਹੜੇ ਕੋਈ ਫਰੈਸ਼ ਇਹਨਾਂ ਨਾਲ ਜੁੜ ਰਹੇ ਹੈਗੇ ਨੇ ਉਹਨਾਂ ਬਾਰੇ ਵੀ ਅਸੀਂ ਬਹੁਤ ਪੈਣੀ ਨਜ਼ਰ ਇਸ ਟਾਈਮ ਦੇ ਉੱਪਰ ਰੱਖੀ ਹੋਈ ਹੈਗੀ ਹੈ। ਇਹ ਤੋਂ ਇਲਾਵਾ ਆਪ ਜੀ ਸਾਰਿਆਂ ਨੂੰ ਪਤਾ ਹੀ ਹੈਗਾ AGTF ਜਿਹੜੀ ਹੈਗੀ ਬਹੁਤ ਅਗਰੈਸਿਵਲੀ ਇਸ ਟਾਈਮ ਦੇ ਉੱਪਰ ਇਹਨਾਂ ਇਸ਼ੂਜ਼ ਉੱਪਰ ਕੰਮ ਕਰ ਰਹੀ ਹੈ। ਸਾਨੂੰ ਉਹਨਾਂ ਪੂਰੀ ਆਪਾਂ ਸਾਡੀ ਆਪਸ ਵਿੱਚ ਕੋਆਪਰੇਸ਼ਨ ਹੈਗੀ ਹੈ, ਤੇ ਜਿੱਥੇ ਵੀ ਕੋਈ ਲੀਡ ਡਿਵੈਲਪ ਹੁੰਦੀ ਹੈ ਅਸੀਂ ਉਹਦੇ ਉੱਪਰ ਐਕਟ ਕਰਦੇ ਸਰ ਇੱਕ ਗੱਲ ਹੋਰ ਦੱਸੋ, ਡਰੱਗਸ ਨਾਲ ਵੀ ਇਹਨਾਂ ਦਾ ਕੁਝ ਹੈਗਾ ਆਪਦੇ ਵਿੱਚ? ਡਰੱਗਸ ਨੂੰ ਲੈ ਕੇ ਕੁਝ ਸਪਲਾਈ ਕਰਦੇ ਨੇ ਜਾਂ ਡਰੱਗਸ ਪੈਡਲਰ ਦੇ ਨਾਲ ਵੀ ਇਹਨਾਂ ਦਾ ਕੋਈ ਰਿਲੇਸ਼ਨਸ਼ਿਪ ਹੈ? ਦੇਖੋ ਜਦੋਂ ਕ੍ਰਾਈਮ ਔਰ ਕ੍ਰਿਮੀਨਲ ਹੈਗਾ ਤਾਂ ਉਸ ਚੀਜ਼ ਦੇ ਵਿੱਚ ਆਪਾਂ ਕਿਸੇ ਵੀ ਚੀਜ਼ ਨੂੰ ਜਿਹੜਾ ਹੈਗਾ ਵਾਟਰ ਟਾਈਟ ਸੈਪਰੇਸ਼ਨ ਨਹੀਂ ਅਸੀਂ ਕਰ ਸਕਦੇ ਹੈਗੇ। ਜਿਹੜੀ ਇਨਵੈਸਟੀਗੇਸ਼ਨ ਹੋਈ ਉਹਦੇ ਵਿੱਚ ਕੁਝ ਸਾਹਮਣੇ ਹੈ ਕਿ ਨਹੀਂ, ਗਿਵ ਅਸ ਟਾਈਮ। ਮੇਰੀ ਸਿਰਫ ਇਹ ਰਿਕੁਐਸਟ ਹੈਗੀ ਕਿ ਆਪਾਂ ਇੱਥੇ ਤੱਕ ਪਹੁੰਚੇ। ਜਿਹੜਾ ਹੈਪੀ ਪੁਲਰ ਫੜਿਆ ਗਿਆ ਉਹਦੇ ਤੋਂ ਸਾਥੀ ਫੜੇ ਗਏ ਟਕੋਲੀ ਏਰੀਆ ਤੋਂ, ਤੁਹਾਡਾ ਵੀ ਜੁਆਇੰਟ ਆਪਰੇਸ਼ਨ ਰਿਹਾ ਹੈ ਐਂਟੀ ਗੈਂਗਸਟਰ ਦੀ, ਕਾਫੀ ਚੀਜ਼ਾਂ ਉਹਨਾਂ ਕੋਲੋਂ ਰਿਕਵਰ ਹੋਈ ਹੈ। ਹੀਰੋਇਨ ਦੀ ਜਿੱਦਾਂ ਸਰ ਨੇ ਗੱਲ ਕੀਤੀ ਹੈ, ਹੋਰ ਵੀ ਕਈ ਚੀਜ਼ਾਂ ਰਿਕਵਰ ਹੋਈਆਂ। ਤਾਂ ਇਹਦੇ ਵਿੱਚ ਹੁਣ ਜਿਹੜੇ ਵੀ ਉੱਥੋਂ ਰਹਿ ਰਹੇ ਸੀਗੇ ਕਾਫੀ ਦਿਨਾਂ ਤੋਂ, ਕਿਸ ਤਰ੍ਹਾਂ ਆਇਡੈਂਟੀਫਾਈ, ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਇਸ ਤਰ੍ਹਾਂ ਦੇ ਜਿਹੜੇ ਹੈਵੀ ਸ਼ਾਰਪ ਸ਼ੂਟਰ ਬੰਬੀਹਾ ਗਰੁੱਪ ਦੇ ਜਾਂ ਹੋਰ ਪਹਿਲਾਂ ਵੀ ਤੁਸੀਂ ਇਨਕਾਊਂਟਰ ਹੋਇਆ, ਇਹ ਕਿਸ ਤਰ੍ਹਾਂ ਕਰ ਰਹੇ ਹੋ? ਕਿਉਂਕਿ 15 ਅਗਸਤ ਨੂੰ ਲੈ ਕੇ ਪੰਜਾਬ 'ਚ ਆਲਰੇਡੀ ਅਲਰਟ ਹੈ, ਇਸ ਤਰ੍ਹਾਂ ਜਿਹੜੇ ਗੈਂਗਸਟਰ ਫੜੇ ਜਾ ਰਹੇ ਨੇ, ਤੇ ਬਹੁਤ ਵੱਡੀ ਗੱਲ ਹੈ।
देखिए ऑलरेडी एक केस अंडर ਇਨਵੈਸਟੀਗੇਸ਼ਨ ਹੈਗਾ ਤੇ ਮੈਂ ਮਤਲਬ ਉਸ ਚੀਜ਼ ਉੱਪਰ ਕਮੈਂਟ ਨਹੀਂ ਕਰਨਾ ਚਾਹਾਂਗਾ ਇਸ ਸਟੇਜ ਦੇ ਉੱਪਰ ਬਟ 15 ਅਗਸਤ ਦੇ ਉਪਲਕਸ਼ ਦੇ ਵਿੱਚ ਸਾਡੇ ਵੱਲੋਂ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਮਾਨਯੋਗ ਡੀਜੀ ਸਾਹਿਬ ਨੇ ਏਡੀਜੀ ਸਾਹਿਬ ਸਿਕਿਉਰਿਟੀ ਸੁਧਾਂਸ਼ੂ ਸਰ ਦੀ ਡਿਊਟੀ ਲਗਾਈ ਹੈਗੀ ਹੈ ਕਿ ਉਹ ਪਰਸਨਲੀ ਇਸ ਦੇ ਉੱਪਰ ਮੋਨੀਟਰ ਕਰ ਰਹੇ ਨੇ ਕੱਲ ਰਾਤੀ ਵੀ ਅਸੀਂ ਜਿਹੜਾ ਹੈਗਾ ਇੱਕ ਸਪੈਸ਼ਲ ਆਪਰੇਸ਼ਨ ਚਲਾਇਆ ਸੀ ਸਰਚ ਆਪਰੇਸ਼ਨ ਚਲਾਇਆ ਸੀਗਾ ਅੱਜ ਵੀ ਆਪਾਂ ਦਿਨ ਦੇ ਵਿੱਚ ਸਾਡੇ ਚੱਲ ਰਹੇ ਹੈਗੇ ਨੇ ਤੇ ਆਪਾਂ ਕੰਟੀਨਿਊਸਲੀ ਜਿਹੜਾ ਹੈਗਾ ਇਸ ਚੀਜ਼ ਨੂੰ ਮੋਨੀਟਰ ਕਰ ਰਹੇ ਹਾਂ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈਗੀ ਹੈ ਸਾਡੇ ਵੱਲੋਂ ਇੱਕ ਅਪੀਲ ਵੀ ਹੈ ਸਾਡੇ ਸਿਟੀਜ਼ਨਸ ਨੂੰ ਵੀ ਜਿੱਥੇ ਵੀ ਕੋਈ ਉਹਨਾਂ ਦੇ ਨੋਟਿਸ ਵਿੱਚ ਕੁਝ ਵੀ ਐਸੀ ਕੋਈ ਚੀਜ਼ ਆਉਂਦੀ ਨੋਟਿਸ ਵਿੱਚ ਜਿਹੜੀ ਕਿ ਲੱਗਦੀ ਕਿ ਪੁਲਿਸ ਦੇ ਨੋਟਿਸ ਵਿੱਚ ਲਿਆਉਣੀ ਚਾਹੀਦੀ ਹੈਗੀ ਹੈ ਤੇ ਸਾਨੂੰ ਜ਼ਰੂਰ ਦੱਸਣ ਸਾਡੇ ਵੱਲੋਂ ਸਵਿਫਟ ਐਕਸ਼ਨ ਹੋਏਗਾ ਐਂਡ ਵੀ ਆਰ ਕਮਿਟਡ ਟੂ ਇਨਸ਼ੋਰਿੰਗ ਵੀ ਬਿਲਕੁਲ ਹੀ ਆਪਣਾ ਜਿਹੜਾ ਹੈਗਾ ਪੀਸਫੁਲ 15 ਅਗਸਤ ਜਿਹੜੀ ਜੋ ਕਿ ਸਾਡੇ ਲਈ ਬੜਾ ਇੱਕ ਪਾਵਨ ਦਿਨ ਹੈਗਾ ਸਾਨੂੰ ਆਜ਼ਾਦੀ ਮਿਲੀ ਹੈ ਇਸ ਦਿਨ ਦੇ ਉੱਪਰ ਤੇ ਇਹ ਇੱਕ ਬਹੁਤ ਹੀ ਇੱਕ ਸਾਡੇ ਲਈ ਇੱਕ ਮਾਣ ਦਾ ਇੱਕ ਫਕਰ ਦਾ ਦਿਨ ਹੈਗਾ ਤੇ ਆਪਾਂ ਸਾਨੂੰ ਪੂਰੀ ਉਮੀਦ ਹੈ ਵੀ ਇਹਦੇ ਵਿੱਚ ਪੀਸਫੁਲ ਆਪਾਂ ਜੀ ਪਹਿਲਾਂ ਵੀ ਬਹੁਤ ਸਾਰੀ ਰਿਕਵਰੀ ਕਰਦੇ ਰਹੇ ਹਾਂ ਬਟ ਦਿਸ ਪੁਆਇੰਟ ਹੈਡ ਨੈਵਰ ਕਮ ਬਿਫੋਰ ਦੈਟ you have recovered one hoodie color yellow and jeans pant used by the criminal while yes how important is this going to be? This is going to be very important because this is the one which links him to the crime. Apart from other forensic evidence that we are going to get, this is very critical for us. ਆਪਾਂ ਇਹਦੇ ਵਿੱਚ ਜਿਹੜੀ ਸਾਡੇ ਪਾਸ footages available ਹੈਗੀਆਂ ਉਹ ਆਪਾਂ we will verify it with this thing from this will corroborate the whole this whole discovery that we have made. Earlier recoveries we have seen that touch points were not very maybe we didn't brief, but in each and every case we try to look for those points which actually which links the criminal to that crime because that is very ਸਿਰਫ ਫੜਨਾ ਹੀ ਸਾਡੇ ਲਈ ਇੰਪੋਰਟੈਂਟ ਨਹੀਂ ਹੈਗਾ ਸਾਨੂੰ ਉਹਨਾਂ ਨੂੰ ਸਜ਼ਾ ਕਰਵਾਉਣੀ ਵੀ ਇਕੁਅਲੀ ਇੰਪੋਰਟੈਂਟ ਹੈ ਤੇ ਇਹ ਸਾਡੇ ਲਈ ਇਸ ਕਰਕੇ ਇੰਪੋਰਟੈਂਟ ਹੋ ਜਾਂਦਾ ਹੈ ਜੀ ਥੈਂਕ ਯੂ ਆਲ ਥੈਂਕ ਯੂ ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ ਦੇਸ਼ ਵਿਦੇਸ਼ 'ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ ਘਰ ਬੈਠੇ 11 ਮਿੰਟਾਂ 'ਚ 101% ਦੀ ਗਾਰੰਟੀ ਨਾਲ ਸਮਾਧਾਨ ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ ਘਰ 'ਚ ਝਗੜਾ ਬਰਕਤ ਔਲਾਦ ਕਿਹੜੇ ਤੋਂ ਬਾਹਰ ਹੋਣਾ ਕੋਰਟ ਕੇਸ ਤਲਾਕ ਪ੍ਰਾਪਰਟੀ ਡਿਸਪਿਊਟ ਗੁਪਤ ਰੋਗ ਪੁਰਾਣਾ ਦਰਦ ਪਤੀ ਪਤਨੀ ਚੰਬਨ ਜਾਦੂ ਟੋਣਾ ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ ਰੁੱਸੇ ਨੂੰ ਮਨਾਉਣਾ ਪਿਆਰ ਮੁਹੱਬਤ ਬਾਬਾ ਯਾਮੀਨ ਬੰਗਾਲੀ 9643503221